ਡੀਅਰ ਸਟੂਡੈਂਟਸ, ਅੱਜ ਆਪਾਂ ਆਪਣੇ ਸਿਲੇਬਸ ਦੀ ਪੋਇਮ ਪੜ੍ਹਦੇ ਹਾਂ ਜਿਸ ਦਾ ਨਾਮ ਹੈ ਉਪਾ ਗੁਪਤਾ। ਬਹੁਤ ਹੀ ਵਧੀਆ ਪੋਇਮ ਹੈ। ਆਪਾਂ ਸਟਾਰਟ ਕਰਦੇ ਹਾਂ। ਉਪਾ ਗੁਪਤਾ, ਦ ਡਿਸਿਪਲ ਆਫ ਬੁੱਧ, lay sleep in the dust by the city wall of Mathura. Lamps were all out, doors were all shut, and stars were all hidden by the murky sky of August. ਪਹਿਲੇ ਸਟੈਂਜਾ 'ਚ ਕੀ ਦੱਸਿਆ ਵੀ ਇੱਕ ਬੁੱਧ ਦਾ ਚੇਲਾ ਜਿਸ ਦਾ ਨਾਮ ਕੀ ਹੈ ਉਪਾਗੁਪਤਾ। ਉਪਾਗੁਪਤਾ ਬੁੱਧ ਦਾ ਚੇਲਾ ਹੈ। ਉਹ ਡਸਟ ਵਿੱਚ, ਧੂੜ ਵਿੱਚ, ਸਿਟੀ ਵਾਲ ਆਫ ਮਥੁਰਾ ਦੇ ਨੇੜੇ, ਮਥੁਰਾ ਸ਼ਹਿਰ ਦੇ ਕੰਧ ਦੇ ਨੇੜੇ ਡਸਟ ਵਿੱਚ, ਧੂੜ ਵਿੱਚ ਹੀ ਸੁੱਤਾ ਪਿਆ। ਲੈਂਪਸ ਵਰ ਆਲ ਆਊਟ, ਹੁਣ ਸਮਾਂ ਕਿਹੜਾ, ਸਾਰੇ ਲੈਂਪ ਬੁੱਝ ਚੁੱਕੇ ਹੈ। ਡੋਰਸ ਵਰ ਆਲ ਸ਼ਟ, ਘਰਾਂ ਦੇ ਦਰਵਾਜ਼ੇ ਸਾਰੇ ਬੰਦ ਹੋ ਚੁੱਕੇ ਹੈ। ਐਂਡ ਸਟਾਰਸ ਵਰ ਆਲ ਹਿਡਨ ਬਾਏ ਦਾ ਮਰਕੀ ਸਕਾਈ ਆਫ ਅਗਸਟ, ਇੱਥੋਂ ਤੱਕ ਕਿ ਜਿਹੜੇ ਇੰਨਾ ਹਨੇਰਾ ਹੈ ਕਿ ਜਿਹੜੇ ਆਕਾਸ਼ ਦੇ ਵਿੱਚ ਸਟਾਰਸ ਹੈ, ਤਾਰੇ ਹੈ, ਉਹ ਵੀ ਹਿਡਨ ਹੈ, ਉਹ ਵੀ ਛਿਪੇ ਹੋਏ ਹੈ, ਕਿਉਂਕਿ ਅਗਸਤ ਦਾ ਮਹੀਨਾ ਹੈ ਅਤੇ ਮਰਕੀ ਸਕਾਈ ਹੈ, ਕਲਾਊਡੀ ਸਕਾਈ ਹੈ। ਕਲਾਊਡਸ ਕਰਕੇ, ਜਿਹੜੇ ਬੱਦਲਾਂ ਕਰਕੇ ਸਟਾਰਸ ਵੀ ਨਜ਼ਰ ਨਹੀਂ ਆ ਰਹੇ। Whose feet were those tinkling with anklets, touching his breast of a sudden? He woke up startled, and a light from a woman's lamp fell on his forgiving eyes. ਹੁਣ ਕੀ ਹੁੰਦਾ ਹੈ, ਜਿਹੜਾ ਜਿਵੇਂ ਆਪਾਂ ਪਹਿਲਾਂ ਦੱਸਿਆ ਉਪਾਗੁਪਤਾ ਸਿਟੀ ਵਾਲ ਆਫ ਮਥੁਰਾ ਦੇ ਬਾਹਰ ਧੂੜ ਦੇ ਵਿੱਚ ਥੱਲੇ ਹੀ ਲੇਟਿਆ ਹੋਇਆ ਹੈ, ਤਾਂ ਕੀ ਹੁੰਦਾ ਹੈ, ਉਸਦੇ ਛਾਤੀ ਦੇ ਨਾਲ ਅਚਾਨਕ ਹੀ ਕੋਈ ਪੈਰ ਆ ਕੇ ਟਕਰਾਉਂਦਾ ਹੈ ਅਤੇ ਐਂਕਲਟਸ ਮਤਲਬ ਝਾਂਜਰਾਂ, ਟਿੰਕਲਿੰਗ ਝਾਂਜਰਾਂ ਦੀ ਝਣਕਾਰ, ਕੋਈ ਪੈਰ ਉਹਦੇ ਨਾਲ ਆ ਕੇ ਟਕਰਾਉਂਦਾ ਹੈ ਤਾਂ ਉਹ ਹੀ ਵੋਕ ਅਪ ਸਟਾਰਟਲਡ, ਉਹ ਇੱਕਦਮ ਤ੍ਰਿਭਕ ਕੇ ਉੱਠਦਾ ਹੈ। ਐਂਡ ਏ ਲਾਈਟ ਫਰੋਮ ਏ ਵੂਮਨਸ ਲੈਂਪ ਫੈਲ ਔਨ ਹਿਜ਼ ਫੋਰਗਿਵਿੰਗ ਆਈਜ਼, ਅਤੇ ਇੱਕ ਔਰਤ ਦੇ ਲੈਂਪ ਦੀ ਲਾਈਟ ਉਸ ਦੀਆਂ ਫੋਰਗਿਵਿੰਗ ਆਈਜ਼ ਹੁੰਦੀਆਂ ਕਿਹੜੀਆਂ, ਫੋਰਗਿਵਿੰਗ ਹੈ, ਜਿਹੜੀਆਂ ਦਇਆ ਕਰਨ ਵਾਲੀਆਂ, ਮਾफ़ ਕਰਨ ਵਾਲੀਆਂ ਅੱਖਾਂ ਹੈ, ਉਹਨਾਂ 'ਤੇ ਰੋਸ਼ਨੀ ਪੈਂਦੀ ਹੈ। ਤਾਂ ਹੁਣ ਆਪਾਂ ਕੀ ਦੇਖਿਆ ਵੀ ਇੱਕ ਡਿਸਿਪਲ ਹੈ ਬੁੱਧਾ ਦਾ, ਉਹਦਾ ਨਾਮ ਕੀ ਹੈ ਉਪਾਗੁਪਤਾ। ਉਹ ਮਥੁਰਾ ਸ਼ਹਿਰ ਦੇ ਬਾਹਰ ਦੀਵਾਰ ਦੇ ਉੱਥੇ ਧੂੜ ਦੇ ਵਿੱਚ ਹੀ ਲੇਟਿਆ ਹੋਇਆ। ਜਦੋਂ ਸਮਾਂ ਰਾਤ ਦਾ ਹੈ, ਸਾਰੇ ਲੈਂਪ ਬੁੱਝ ਚੁੱਕੇ ਹੈ, ਡੋਰ ਸਾਰੇ ਬੰਦ ਹੋ ਚੁੱਕੇ ਹੈ, ਆਕਾਸ਼ ਵਿੱਚ ਤਾਰੇ ਨਜ਼ਰ ਨਹੀਂ ਆ ਰਹੇ ਕਿਉਂਕਿ ਕਲਾਊਡ ਵਾਲਾ ਟਾਈਮ ਹੈ, ਬੱਦਲਾਂ ਵਾਲਾ ਟਾਈਮ ਹੈ, ਬੱਦਲ ਹੈ ਰਾਤ ਆਕਾਸ਼ ਦੇ ਵਿੱਚ, ਅਗਸਤ ਦਾ ਮਹੀਨਾ ਹੈ, ਅਤੇ ਉਸ ਦੇ ਛਾਤੀ ਦੇ ਉੱਪਰ ਇੱਕ ਪੈਰ ਟਕਰਾਉਂਦਾ ਹੈ ਜਿਸ ਦੇ ਪੈਰ ਵਿੱਚ ਝਾਂਜਰਾਂ ਪਾਈਆਂ, ਪੰਜੇਬਾਂ ਪਾਈਆਂ ਕਹਿ ਲਓ, ਅਤੇ ਉਹ ਟਿੰਕਲਿੰਗ ਦੀ ਆਵਾਜ਼ ਆਉਂਦੀ ਹੈ ਅਤੇ ਉਹ ਇੱਕਦਮ ਉੱਠ ਪੈਂਦਾ, ਜਾਗ ਜਾਂਦਾ। ਹੀ ਵੋਕ ਅਪ ਸਟਾਰਟਲਡ, ਇੱਕਦਮ ਉਹ ਹੈਰਾਨ ਹੋ ਕੇ ਉੱਠਦਾ ਹੈ ਅਤੇ ਜਦੋਂ ਦੇਖਦਾ ਵੀ ਉਸਦੀ ਅੱਖਾਂ ਦੇ ਵਿੱਚ ਵੂਮਨ ਦੇ ਲੈਂਪ ਦੀ ਲਾਈਟ ਉਸਦੀਆਂ ਅੱਖਾਂ ਦੇ ਵਿੱਚ ਪੈਂਦੀ ਹੈ ਅਤੇ ਉਸਦੀਆਂ ਆਈਜ਼ ਕਿਹੜੀਆਂ, ਫੋਰਗਿਵਿੰਗ ਆਈਜ਼ ਮਤਲਬ ਮਾफ़ ਕਰਨ ਵਾਲੀਆਂ ਅੱਖਾਂ। It was the dancing girl, starred with jewels, wearing a pale blue mantle, drunk with the wine of her youth. She lowered her lamp and saw young face, austerely beautiful. ਇਹ ਜਿਹੜੀ ਲੜਕੀ ਸੀ ਉਹ ਕੌਣ ਸੀ, ਇਹ ਡਾਂਸਿੰਗ ਗਰਲ ਸੀ। ਸਟਾਰਡ ਵਿਦ ਜਿਊਲਸ, ਉਸਦੇ ਗਹਿਣੇ ਨਾਲੋਂ ਲੱਦੀ ਹੋਈ ਸੀ, ਅਤੇ ਉਸਨੇ ਕੀ ਪਹਿਨਿਆ ਹੋਇਆ ਸੀ, ਵੇਅਰਿੰਗ ਏ ਪੇਲ ਬਲੂ ਮੈਂਟਲ, ਅਤੇ ਉਸਨੇ ਪੀਲੇ ਨੀਲੇ ਰੰਗ ਦਾ ਇੱਕ ਮੈਂਟਲ ਹੁੰਦਾ ਇੱਕ ਲੂਜ਼ ਪੋਸ਼ਾਕ, ਕੱਪੜਾ, ਇੱਕ ਲੂਜ਼ ਮੈਨੇ ਢਿੱਲਾ ਮਤਲਬ ਖੁੱਲ੍ਹਾ। ਡਰੰਕ ਵਿਦ ਦ ਵਾਈਨ ਆਫ ਹਰ ਯੂਥ, ਅਤੇ ਜਿਹੜੀ ਉਹ ਲੜਕੀ ਸੀ ਉਹ ਯੂਥ ਦੀ, ਜਵਾਨੀ ਦੇ ਨਸ਼ੇ ਵਿੱਚ, ਵਾਈਨ ਵਿੱਚ, ਡਰੰਕ ਵਿਦ ਦ ਵਾਈਨ ਆਫ ਯੂਥ, ਆਪਦੇ ਨਸ਼ੇ ਦੇ ਜਵਾਨੀ ਦੇ ਗਰੂਰ ਵਿੱਚ ਸੀ। ਉਹ ਆਪਣਾ ਲੈਂਪ ਨੀਵਾਂ ਕਰਦੀ ਹੈ
ਅਤੇ ਕੀ ਦੇਖਦੀ ਹੈ? ਯੰਗ ਫੇਸ, ਔਸਟੇਰਲੀ ਬਿਊਟੀਫੁਲ। ਇਹ ਜਿਹੜਾ ਉਹ ਸਾਧੂ ਹੈ, ਭਿਕਸ਼ੂ ਹੈ ਬੁੱਧ ਦਾ, ਉਹਦਾ ਚਿਹਰਾ ਔਸਟੇਰਲੀ ਬਿਊਟੀਫੁਲ ਹੈ। ਉਹ ਬੜਾ ਪਵਿੱਤਰ ਰੂਪ ਵਿੱਚ, ਸਿੰਪਲ ਰੂਪ ਵਿੱਚ ਉਹ ਸੁੰਦਰ ਚਿਹਰਾ ਉਹ ਦੇਖਦੀ ਹੈ। ਕੀ ਬੋਲਦੀ ਆ ਉਹ? ਫੋਰਗਿਵ ਮੀ ਯੰਗ ਅਸੈਟਿਕ ਸੈਡ ਦਾ ਵਿਮਨ। ਕੀ ਕਹਿੰਦੀ ਆ ਉਹ? ਹੇ ਯੰਗ ਅਸੈਟਿਕ, ਮੈਨੂੰ ਮਾਫ ਕਰ ਦੇ। ਔਰਤ ਕਹਿੰਦੀ ਹੈ ਮੈਨੂੰ ਮਾਫ ਕਰ ਦੇ। ਗ੍ਰੇਸ਼ੀਅਸਲੀ ਕਮ ਟੂ ਮਾਈ ਹਾਊਸ, ਦ ਡਸਟੀ ਅਰਥ ਇਜ਼ ਨਾਟ ਏ ਫਿਟ ਬੈਡ ਫॉर ਯੂ। ਅਤੇ ਉਹ ਕਹਿੰਦੀ ਹੈ ਵੀ ਕਾਈਂਡਲੀ, ਗ੍ਰੇਸ਼ੀਅਸਲੀ, ਬੜੇ ਆਦਰ ਮਾਨ ਨਾਲ ਮੇਰੇ ਘਰ ਆਓ, ਅਤੇ ਜਿਹੜਾ ਇਹ ਡਸਟ ਵਾਲਾ ਜਿਹੜਾ ਧਰਤੀ ਦਾ ਜਿਹੜਾ ਹੈਗਾ ਬੈੱਡ ਹੈ, ਇਹ ਤੇਰੇ ਲਈ ਇੱਕ ਫਿੱਟ ਬੈੱਡ ਨਹੀਂ ਗਾ ਲੇਟਣ ਵਾਸਤੇ ਜਾਂ ਸੌਣ ਵਾਸਤੇ। ਅੱਗੋਂ ਦ ਯੰਗ ਅਸੈਟਿਕ ਆਨਸਰਡ, ਉਹ ਕੀ ਉੱਤਰ ਦਿੰਦਾ? ਯੰਗ ਅਸੈਟਿਕ ਆਨਸਰ ਕੀ ਦਿੰਦਾ? ਕੀ ਉੱਤਰ ਦਿੰਦਾ? ਵਿਮਨ ਗੋ ਔਨ ਯੂਰ ਵੇ, ਤੂੰ ਆਪਦੇ ਰਸਤੇ ਤੇ ਚੱਲ। ਵੈਨ ਦਾ ਟਾਈਮ ਇਜ਼ ਰਾਈਟ ਆਈ ਵਿਲ ਕਮ ਟੂ ਯੂ, ਜਦੋਂ ਸਹੀ ਟਾਈਮ ਆਏਗਾ, ਰਾਈਟ ਟਾਈਮ ਆਏਗਾ, ਤਾਂ ਮੈਂ ਤੇਰੇ ਕੋਲੇ ਆਵਾਂਗਾ। ਤਾਂ ਹੁਣ ਆਪਾਂ ਦੇਖਿਆ ਵੀ ਜਿਹੜੀ ਔਰਤ ਹੈ ਉਹ ਡਾਂਸਿੰਗ ਗਰਲ ਹੈ, ਉਹ ਇਸ ਬੁੱਧ ਭਿਕਸ਼ੂ ਨੂੰ ਇਨਵਾਈਟ ਕਰ ਰਹੀ ਹੈ ਆਪਦੇ ਘਰ ਗਲਤ ਨੀਅਤ ਨਾਲ। ਅਤੇ ਅੱਗੋਂ ਯੰਗ ਐਸੈਟਿਕ ਉਹ ਕੀ ਆਨਸਰ ਦੇ ਰਿਹਾ ਹੈ? ਉਹ ਜਿਹੜਾ ਉੱਚੇ ਚਰਿੱਤਰ ਵਾਲਾ ਯੰਗ ਐਸੈਟਿਕ ਉਹ ਕੀ ਉੱਤਰ ਦੇ ਰਿਹਾ ਹੈ? ਔਰਤ ਤੂੰ ਆਪਦੇ ਰਸਤੇ ਤੇ ਚੱਲ, ਮੈਂ ਤੇਰੇ ਕੋਲ ਉਦੋਂ ਆਊਂਗਾ ਜਦੋਂ ਸਹੀ ਟਾਈਮ ਹੋਇਆ। ਸਡਨਲੀ ਦ ਬਲੈਕ ਨਾਈਟ ਸ਼ੋਡ ਇਟਸ ਟੀਥ ਇਨ ਏ ਫਲੈਸ਼ ਆਫ ਲਾਈਟਨਿੰਗ, ਦ ਸਟੋਰਮ growled from the corner of the sky and the women trembled in fear of some unknown danger। ਹੁਣ ਕੀ ਹੁੰਦਾ ਹੈ? ਅਚਾਨਕ ਹੀ ਹੈ ਬਲੈਕ ਨਾਈਟ ਸ਼ੋਡ ਇਟਸ ਟੀਥ। ਹੁਣ ਜਿਹੜੀ ਰਾਤ ਹੈ ਉਹ ਬੱਦਲਾਂ ਵਾਲੀ ਰਾਤ ਹੈ, ਗਰਜਨਾ ਹੁੰਦੀ ਹੈ, ਲਾਈਟਨਿੰਗ ਹੁੰਦੀ ਹੈ, ਬਿਜਲੀ ਚਮਕਦੀ ਹੈ, ਤੇ ਉਹ ਆਪਦੀ ਦੰਦ ਦਿਖਾਉਂਦੀ ਹੈ। ਤੇ ਸਟੋਰਮ ਇੱਕ ਜਿਹੜਾ ਗਰੋਲ ਕਰ ਰਿਹਾ, ਕਾਰਨਰ ਆਫ ਦਾ ਸਕਾਈ, ਇੱਕ ਤੂਫਾਨ, ਉਹਦੀ ਆਵਾਜ਼ ਆ ਰਹੀ ਹੈ। ਅਤੇ ਜਿਹੜੀ ਔਰਤ ਹੈ ਉਹ ਡਰ ਨਾਲ ਕੰਬਣਾ ਸ਼ੁਰੂ ਕਰ ਦਿੰਦੀ ਹੈ। ਅਨਨੋਨ ਡੇਂਜਰ ਉਹਨੂੰ ਆਭਾਸ ਹੁੰਦਾ ਹੈ, ਜਾਂ ਉਹਨੂੰ ਫੀਲ ਹੁੰਦਾ ਹੈ ਵੀ ਕੋਈ ਛਿਪਿਆ ਹੋਇਆ ਖਤਰਾ ਉਹਨੂੰ ਫੀਲ ਹੁੰਦਾ ਹੈ, ਤੇ ਉਹ ਡਰ ਨਾਲ ਕੰਬ ਰਹੀ ਹੈ। ਤਾਂ ਬੇਟੇ ਇੱਕ ਪਾਰਟ ਜਿਹੜਾ ਆਪਾਂ ਪਹਿਲਾਂ ਪੜ੍ਹਿਆ ਉਹਨੂੰ ਆਪਾਂ ਦੁਬਾਰਾ ਤੋਂ ਸੁਣਦੇ ਹਾਂ ਵੀ ਇੱਕ ਬੁੱਧ ਭਿਕਸ਼ੂ ਹੈ ਜਿਸ ਦਾ ਨਾਮ ਕੀ ਹੈ? ਉਪਗੁਪਤਾ। ਉਹ ਮਥੁਰਾ ਸ਼ਹਿਰ ਦੀ ਦੀਵਾਰ ਦੇ ਨਾਲ ਧਰਤੀ ਦੇ ਉੱਪਰ ਲੇਟਿਆ ਹੋਇਆ। ਤੇ ਰਾਤ ਦਾ ਟਾਈਮ ਹੈ, ਸਾਰੇ ਦਰਵਾਜ਼ੇ ਬੰਦ ਹੈ, ਸਾਰੀਆਂ ਲਾਈਟਾਂ ਬੰਦ ਹੈ, ਤੇ ਤਾਰਿਆਂ ਦੀ ਵੀ ਰੋਸ਼ਨੀ ਨਹੀਂ ਹੋ ਰਹੀ, ਕਿਉਂਕਿ ਤਾਰੇ ਜਿਹੜੇ ਹੈ ਉਹ ਬੱਦਲਾਂ ਦੇ ਪਿੱਛੇ ਛਿਪੇ ਹੋਏ ਹੈ। ਤੇ ਇੱਕ ਔਰਤ ਆਉਂਦੀ ਹੈ ਜਿਸ ਦਾ ਪੈਰ ਉਸ ਬੁੱਧ ਭਿਕਸ਼ੂ ਦੇ ਨਾਲ ਦੀ ਛਾਤੀ ਨਾਲ ਟਕਰਾਉਂਦਾ ਹੈ। ਟਿੰਕਲਿੰਗ ਦੀ ਆਵਾਜ਼ ਆਉਂਦੀ ਹੈ, ਮਤਲਬ ਕਿ ਚੰਚਨਾਹਟ ਦੀ ਆਵਾਜ਼ ਆਉਂਦੀ ਹੈ ਜਦੋਂ ਉਹ ਪੰਜੇਬਾਂ ਜਾਂ ਕਹਿ ਲਓ ਝਾਂਜਰਾਂ ਛਿਣਕਦੀਆਂ, ਤੇ ਜਿਹੜਾ ਉਹ ਬੁੱਧ ਭਿਕਸ਼ੂ ਹੈ ਉਹ ਜਾਗ ਪੈਂਦਾ। ਤੇ ਉਹ ਉਸਦੀ ਜਿਹੜੀ ਔਰਤ ਹੈ, ਜਿਹੜਾ ਉਹਦੀ ਲੈਂਪ ਤੋਂ ਜਿਹੜੀ ਲਾਈਟ ਹੈ ਉਸ ਦੀਆਂ ਫੋਰਗਿਵਿੰਗ ਆਈਜ਼ ਤੇ ਪੈਂਦੀ ਹੈ। ਤੇ ਇਹ ਲੜਕੀ ਕੌਣ ਹੁੰਦੀ ਹੈ? ਇੱਕ ਡਾਂਸਿੰਗ ਗਰਲ ਹੁੰਦੀ ਹੈ ਜਿਸਨੇ ਬਹੁਤ ਗਹਿਣੇ ਪਹਿਨੇ ਹੋਏ ਹੈ, ਉਸਨੇ ਪੇਲ ਬਲੂ ਮੈਂਟਲ ਅਤੇ ਪੋਸ਼ਾਕ ਪਾਈ ਹੋਈ ਹੈ, ਤੇ ਉਹ ਆਪਦੀ ਜਵਾਨੀ ਦੇ ਗਰੂਰ ਵਿੱਚ, ਨਸ਼ੇ ਵਿੱਚ ਉਹ ਤੁਰੀ ਫਿਰਦੀ ਹੈ। ਤੇ ਉਹ ਆਪਦਾ ਲੈਂਪ ਨੀਵਾਂ ਕਰਕੇ ਇਸ ਬੁੱਧ ਭਿਕਸ਼ੂ ਨੂੰ ਕੀ ਕਹਿੰਦੀ ਹੈ ਵੀ ਤੂੰ ਮੇਰੇ ਘਰ ਚੱਲ, ਇਹ ਜਿਹੜਾ ਡਸਟ ਵਾਲਾ ਵਿਛੋਣਾ ਤੇਰਾ ਸਹੀ ਬੈੱਡ ਨਹੀਂ ਗਾ, ਤੂੰ ਮੇਰੇ ਘਰ ਚੱਲ। ਅੱਗੋਂ ਯੰਗ ਐਸੈਟਿਕ ਉੱਚੇ ਚਰਿੱਤਰਵਾਨ ਬੁੱਧ ਭਿਕਸ਼ੂ ਦਾ ਕੀ ਆਨਸਰ ਹੁੰਦਾ ਹੈ ਵੀ ਤੂੰ ਆਪਦੇ ਰਸਤੇ ਤੇ ਚੱਲ, ਜਦੋਂ ਸਹੀ ਟਾਈਮ ਆਊਗਾ ਤਾਂ ਉਦੋਂ ਮੈਂ ਤੇਰੇ ਕੋਲੇ ਆਊਂਗਾ। ਤੇ ਫਿਰ ਇੱਕ ਸੀਨ ਕਿਹੜਾ ਦਿਖਾਇਆ ਵੀ ਰਾਤ ਦਾ ਟਾਈਮ ਜਦੋਂ ਬਿਜਲੀ ਗਰਜਣਾ ਸ਼ੁਰੂ ਕਰ ਦਿੰਦੀ ਹੈ, ਤੇ ਉਹ ਜਿਹੜੀ ਲੜਕੀ ਹੈ, ਔਰਤ ਹੈ, ਉਹਨੂੰ ਕੋਈ ਡਰ ਦਾ ਆਭਾਸ ਹੁੰਦਾ ਹੈ, ਤੇ ਉਹ ਡਰ ਨਾਲ ਕੰਬਣਾ ਸ਼ੁਰੂ ਕਰ ਦਿੰਦੀ ਹੈ। ਹੁਣ ਆਪਾਂ ਨੈਕਸਟ ਪਾਰਟ ਪੜ੍ਹਦੇ ਹਾਂ। The branches of the wayside trees were full of blossom. Gay notes of a flute came floating in the warm spring air from afar। ਹੁਣ ਕੀ ਹੈ?
ਹੁਣ ਇੱਕ ਫੁੱਲਾਂ ਵਾਲਾ ਮੌਸਮ ਹੈ, ਸਪਰਿੰਗ ਸੀਜ਼ਨ ਹੈ, ਬਸੰਤ ਦੀ ਰੁੱਤ ਹੈ ਤੇ ਜਿਹੜੀ ਇਹ ਦਰਖਤਾਂ ਦੀਆਂ ਟਾਹਣੀਆਂ ਉਹ ਫੁੱਲਾਂ ਨਾਲ ਲੱਦੀਆਂ ਹੋਈਆਂ, ਭਰੀਆਂ ਹੋਈਆਂ ਤੇ ਇੱਕ ਬੰਸਰੀ ਦੀ ਆਵਾਜ਼ ਦੂਰੋਂ ਆ ਰਹੀ ਹੈ ਤੇ ਵਾਮ ਨਿੱਘੀ ਜਿਹੜੀ ਬਸੰਤ ਦੀ ਹਵਾ ਹੈ ਉਹ ਹੌਲੀ ਹੌਲੀ ਦੂਰੋਂ ਉਹਦੇ ਰਾਹੀਂ ਜਿਹੜੇ ਬੰਸਰੀ ਦੀ ਆਵਾਜ਼ ਹੈ ਉਹ ਪਹੁੰਚ ਰਹੀ ਹੈ। ਦ ਸਿਟੀਜ਼ਨਸ ਹੈਡ ਗੋਨ ਟੂ ਦ ਵੁਡਸ, ਜਿਹੜੇ ਨਾਗਰਿਕ ਹੈ, ਸ਼ਹਿਰ ਦੇ ਵਸਨੀਕ ਹੈ, ਉਹ ਕਿੱਥੇ ਚਲੇ ਗਏ ਹੈ? ਵੁਡਸ, ਜੰਗਲ ਵਿੱਚ। ਕਾਹਦੇ ਲਈ? ਫॉर ਫੈਸਟੀਵਲ ਆਫ ਫਲਾਵਰਸ, ਇੱਕ ਤਿਉਹਾਰ ਹੈ, ਫੈਸਟੀਵਲ ਹੈ ਉਹ ਫਲਾਵਰਸ ਦਾ, ਫੁੱਲਾਂ ਦਾ। ਮਤਲਬ ਕਿ ਸਾਰੇ ਸ਼ਹਿਰ ਦੇ ਨਾਗਰਿਕ ਇੱਕ ਤਿਉਹਾਰ ਮਨਾਉਣ ਵਾਸਤੇ ਜੰਗਲਾਂ ਵਿੱਚ ਗਏ ਹੈ ਤੇ ਉਹ ਤਿਉਹਾਰ ਫੁੱਲਾਂ ਦਾ ਤਿਉਹਾਰ ਹੈ। ਫਰੋਮ ਦਾ ਮਿਡ ਸਕਾਈ ਗੇਜ਼ਡ ਦਾ ਫੁੱਲ ਮੂਨ ਔਨ ਦਾ ਸ਼ੈਡੋਜ਼ ਆਫ ਦਾ ਸਾਇਲੈਂਟ ਟਾਊਨ। ਹੁਣ ਜਿਹੜਾ ਟਾਈਮ ਹੈ ਉਹ ਫੁੱਲ ਮੂਨ ਵਾਲਾ ਹੈ। ਫਰੋਮ ਦਾ ਮਿਡ ਸਕਾਈ ਗੇਜ਼ਡ ਮੈਨੇ ਦਾ ਦੇਖਣਾ, ਲੁਕਡ। ਸ਼ੈਡੋਜ਼ ਆਫ ਦਾ ਸਾਇਲੈਂਟ ਟਾਊਨ, ਹੁਣ ਜਿਹੜਾ ਸਾਰਾ ਟਾਊਨ ਹੈ ਉਹ ਸਾਇਲੈਂਟ ਹੈ, ਚੁੱਪ ਹੈ। ਦ ਯੰਗ ਐਸੈਟਿਕ ਵਾਜ਼ ਵਾਕਿੰਗ ਇਨ ਦਾ ਲੋਨਲੀ ਸਟਰੀਟ, ਜਿਹੜਾ ਯੰਗ ਐਸੈਟਿਕ ਹੈ ਉਹ ਸੁੰਨਸਾਨ ਗਲੀ ਦੇ ਵਿੱਚੋਂ ਤੁਰਦਾ ਜਾ ਰਿਹਾ ਹੈ, ਉਹੀ ਯੰਗ ਐਸੈਟਿਕ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਸੀ। ਵਾਈਲ ਓਵਰ ਹੈਡ ਦ ਲਵ ਸਿਕ ਕੋਇਲਸ ਅਟਰਡ ਫਰੋਮ ਦਾ ਮੈਂਗੋ ਬ੍ਰਾਂਚਸ ਦੇਅਰ ਸਲੀਪਲੈਸ ਪਲੇਂਟ। ਹੁਣ ਦਰਖਤਾਂ ਦੇ ਵਿੱਚ ਬੈਠੀ ਹੋਈ ਕੋਇਲ, ਲਵ ਸਿਕ ਕੋਇਲ, ਜਿਹਨੂੰ ਪਿਆਰ ਦੀ ਕਰਕੇ, ਜਿਵੇਂ ਕਹਿ ਲਓ ਪਿਆਰ ਦੀ ਪਿਆਸੀ ਜਿਹੜੀ ਕੋਇਲ ਹੈ ਉਸ ਦੀ ਆਵਾਜ਼ ਆ ਰਹੀ ਹੈ, ਉਹ ਮੈਂਗੋ ਬ੍ਰਾਂਚਸ ਵਿੱਚੋਂ ਦੀ ਆਵਾਜ਼ ਇੱਕ ਪਲੇਂਟ ਦੇ ਰੂਪ 'ਚ, ਮਤਲਬ ਕਿ ਕੰਪਲੇਂਟ ਦੇ ਰੂਪ ਵਿੱਚ ਆਵਾਜ਼ ਆ ਰਹੀ ਹੈ। ਉਪਗੁਪਤਾ ਪਾਸਡ ਥਰੂ ਦਾ ਸਿਟੀ ਗੇਟਸ ਐਂਡ ਸਟੂਡ ਐਟ ਦਾ ਬੇਸ ਆਫ ਦਾ ਰੈਂਪਰਟ। ਹੁਣ ਜਿਹੜਾ ਉਪਗੁਪਤਾ ਹੈ ਸਿਟੀ ਗੇਟਸ ਵਿੱਚੋਂ ਲੰਘ ਜਾਂਦਾ ਹੈ ਤੇ ਇੱਕ ਜਿਹੜਾ ਇੱਕ ਉੱਪਰ ਇੱਕ ਬੇਸ ਰੈਂਪਰਟ, ਇੱਕ ਥੜਾ ਉੱਪਰ ਬਣਿਆ ਹੋਇਆ ਜਿਹੜਾ, ਉੱਥੇ ਖੜਾ ਹੋ ਜਾਂਦਾ ਹੈ। ਵਾਜ਼ ਦੈਟ ਵੂਮਨ ਲਾਈਂਗ ਐਟ ਹਿਜ਼ ਫੀਟ ਇਨ ਦਾ ਸ਼ੈਡੋ ਆਫ ਦਾ ਮੈਂਗੋ ਗਰੋਵ। ਹੁਣ ਇੱਕ ਔਰਤ ਹੈ ਉਹ ਲੇਟੀ ਹੋਈ ਦੇਖਦਾ ਵੀ ਇਹ ਔਰਤ ਲੇਟੀ ਹੋਈ ਹੈ ਜਿਹੜੀ ਕਿ ਮੈਂਗੋ ਦੇ ਦਰਖਤਾਂ ਦੀ ਛਾਂ ਦੇ ਥੱਲੇ ਉਹ ਲੇਟੀ ਹੋਈ ਹੈ, ਉਸਦੇ ਕਦਮਾਂ ਵਿੱਚ, ਪੈਰਾਂ ਵਿੱਚ। ਸਟਰਕ ਵਿਦ ਬਲੈਕ ਪੈਸਟੀਲੈਂਸ, ਅਤੇ ਹੁਣ ਉਹਨੂੰ ਕੀ ਹੈ, ਇੱਕ ਬਿਮਾਰੀ ਹੋ ਚੁੱਕੀ ਹੈ, ਬਲੈਕ ਪੈਸਟੀਲੈਂਸ ਬਿਮਾਰੀ ਹੈ ਇੱਕ, ਇਹ ਮਹਾਮਾਰੀ ਹੈ। ਬਲੈਕ ਪੈਸਟੀਲੈਂਸ ਕੀ ਹੈ? ਇੱਕ ਮਹਾਮਾਰੀ ਹੈ ਤੇ ਹਰ ਬੋਡੀ ਸਪੋਟਡ ਵਿਦ ਸੋਰਸ ਆਫ ਸਮਾਲ ਪੌਕਸ, ਤੇ ਉਸਦੀ ਬੋਡੀ ਦੇ ਉੱਪਰ ਸਾਰੀ ਬੋਡੀ ਦੇ ਉੱਪਰ ਸੋਰਸ ਹੈ, ਜ਼ਖਮ ਹੈ ਸਮਾਲ ਪੌਕਸ ਦੇ, ਚੇਚਕ ਦੇ। ਹੁਣ ਮਹਾਮਾਰੀ ਕੀ ਹੁੰਦੀ? ਜਿਵੇਂ ਹੁਣ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਕੋਵਿਡ-19 ਜਿਹੜੀ ਹੈ ਉਹ ਵੀ ਇੱਕ ਮਹਾਮਾਰੀ ਹੈ, ਸਾਰੇ ਸੰਸਾਰ ਵਿੱਚ ਫੈਲੀ ਹੋਈ ਹੈ। ਉਸੇ ਤਰ੍ਹਾਂ ਹੀ ਇਹ ਦੱਸਿਆ ਬੇਟੇ ਬਲੈਕ ਪੈਸਟੀਲੈਂਸ ਉਸ ਔਰਤ ਨੂੰ ਹੋ ਚੁੱਕਿਆ ਹੈ ਅਤੇ ਉਸਦੇ ਸਾਰੇ ਸਰੀਰ ਦੇ ਉੱਪਰ ਚੇਚਕ ਦੇ ਜ਼ਖਮ ਹੈ। ਸ਼ੀ ਹੈਡ ਬੀਨ ਹਰਡਲੀ ਰਿਮੂਵਡ ਫਰੋਮ ਦਾ ਟਾਊਨ ਟੂ ਅਵਾਇਡ ਹਰ ਪੋਇਜ਼ਨਸ ਕੰਟੈਂਜੀਅਨ। ਹੁਣ ਕੀ ਹੈ, ਉਸ ਔਰਤ ਨੂੰ ਨਾ ਕਾਹਲੀ ਨਾਲ ਟਾਊਨ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ, ਬਾਹਰ ਸੁੱਟ ਦਿੱਤਾ ਗਿਆ ਸੀ, ਰਿਮੂਵ ਕਰ ਦਿੱਤਾ ਗਿਆ ਸੀ, ਉੱਥੋਂ ਉਹਨੂੰ ਹਟਾ ਦਿੱਤਾ ਗਿਆ ਸੀ। ਕਾਹਦੇ ਲਈ? ਟੂ ਅਵਾਇਡ ਹਰ ਪੋਇਜ਼ਨਸ ਕੰਟੈਂਜਨ, ਮਤਲਬ ਕਿ ਵੀ ਉਸ ਜ਼ਹਿਰੀਲੇ ਲਾਗ ਵਾਲੀ ਬਿਮਾਰੀ ਤੋਂ ਬਚਣ ਲਈ ਲੋਕਾਂ ਨੇ ਉਸ ਨੂੰ ਨਗਰ ਵਿੱਚੋਂ ਬਾਹਰ ਸੁੱਟ ਦਿੱਤਾ। ਕੰਟੈਂਜਨ ਕੀ ਹੁੰਦਾ? ਜਦੋਂ ਜਿਹੜੀ ਬਿਮਾਰੀ ਲਾਗ ਕਰਕੇ, ਇੱਕ ਦੂਜੇ ਨੂੰ ਟੱਚ ਕਰਕੇ ਜਿਹੜੀ ਹੋ ਸਕਦੀ ਹੁੰਦੀ ਹੈ, ਉਹਨਾਂ ਨੂੰ ਆਪਾਂ ਕੰਟੇਂਜਨ ਡਿਜ਼ੀਜ਼ ਬੋਲਦੇ ਆ, ਇੱਕ ਦੂਜੇ ਤੋਂ ਲਾਗ ਵਾਲੀਆਂ ਜਿਹੜੀ ਬਿਮਾਰੀਆਂ। ਦ ਅਸੈਟਿਕ ਸੈਟ ਬਾਈ ਹਰ ਸਾਈਡ ਟੁੱਕ ਹਰ ਹੈਡ ਔਨ ਹਿਜ਼ ਨੀਜ਼। ਹੁਣ ਜਿਹੜਾ ਇਹ ਅਸੈਟਿਕ ਹੈ ਇਹ ਕੀ ਕਰਦਾ? ਉਸਦੇ ਕੋਲ ਬੈਠ ਜਾਂਦਾ ਹੈ, ਉਸਦੇ ਸਿਰ ਨੂੰ ਆਪਦੇ ਗੋਡਿਆਂ 'ਤੇ ਰੱਖ ਲੈਂਦਾ ਹੈ, ਔਨ ਹਿਜ਼ ਨੀਜ਼ ਮੈਨੇ ਗੋਡੇ, ਐਂਡ ਮੋਇਸਟਨਡ ਹਰ ਲਿਪਸ, ਅਤੇ ਉਸਦੇ ਬੁੱਲ੍ਹਾਂ ਨੂੰ ਗਿੱਲਾ ਕਰਦਾ ਹੈ, ਵਿਦ ਵਾਟਰ, ਉਸਦੇ ਬੁੱਲ੍ਹਾਂ ਨੂੰ ਪਾਣੀ ਨਾਲ ਗਿੱਲਾ ਕਰਦਾ ਹੈ, ਐਂਡ ਸਮੀਅਰਡ ਹਰ ਬੋਡੀ ਵਿਦ ਸੈਂਡਲ ਬਾਮ, ਅਤੇ ਉਸਦੇ ਸਾਰੇ ਸਰੀਰ ਦੇ ਉੱਪਰ ਚੰਦਨ ਦੀ ਮਲਹਮ ਲਗਾਉਂਦਾ ਹੈ,
ਜਿਵੇਂ ਆਪਾਂ ਬਿਮਾਰੀ ਤੋਂ ਕੋਈ ਸਕਿਨ ਡਿਜ਼ੀਜ਼ ਹੋਵੇ ਤੇ ਮਲਮ ਲਗਾਉਂਦੇ ਹਾਂ ਨਾ, ਉਵੇਂ ਬਾਮ ਲਗਾਉਂਦਾ ਹੈ। ਹੂ ਆਰ ਯੂ ਮਰਸੀਫੁਲ ਵਨ ਆਸਕਡ ਦਾ ਵੂਮਨ। ਔਰਤ ਪੁੱਛਦੀ ਹੈ, ਹੇ ਦਇਆਵਾਨ ਤੂੰ ਕੌਣ ਹੈ? ਦ ਟਾਈਮ ਐਟ ਲਾਸਟ ਹੈਜ਼ ਕਮ ਟੂ ਵਿਜ਼ਿਟ ਯੂ। ਉੱਤੋਂ ਐਸੈਟਿਕ ਦਾ ਕੀ ਆਂਸਰ ਰਹਿੰਦਾ ਹੈ? ਦ ਟਾਈਮ ਐਟ ਲਾਸਟ ਹੈਜ਼ ਕਮ ਟੂ ਵਿਜ਼ਿਟ ਯੂ ਐਂਡ ਆਈ ਐਮ ਹੇਅਰ। ਕਹਿੰਦਾ ਵੀ ਹੁਣ ਤੇਰੇ ਕੋਲੇ ਵਿਜ਼ਿਟ ਕਰਨ ਦਾ ਸਮਾਂ ਆ ਗਿਆ ਹੈ ਅਤੇ ਮੈਂ ਇੱਥੇ ਹਾਂ। ਆਈ ਐਮ ਹੇਅਰ ਰਿਪਲਾਈਡ ਦਾ ਯੰਗ ਐਸੈਟਿਕ। ਕਿ ਵੀ ਜਦੋਂ ਸਾਰੇ ਨਗਰ ਨਿਵਾਸੀਆਂ ਨੇ ਉਸ ਨੂੰ ਬਾਹਰ ਸੁੱਟ ਦਿੱਤਾ ਤਾਂ ਉਦੋਂ ਉਸ ਦੀ ਸਹਾਇਤਾ ਦੇ ਲਈ ਯੰਗ ਐਸੈਟਿਕ ਉੱਥੇ ਪਹੁੰਚ ਗਿਆ। ਤਾਂ ਇਸ ਪੋਇਮ ਦੇ ਰਾਹੀਂ ਇੱਕ ਬੁੱਧ ਭਿਕਸ਼ੂ ਦੇ ਉੱਚੇ ਚਰਿੱਤਰ ਦਾ ਸਾਨੂੰ ਦੱਸਿਆ ਗਿਆ ਅਤੇ ਦੂਜਾ ਇਹ ਵੀ ਦੱਸਿਆ ਗਿਆ ਵੀ ਜਿਹੜੀ ਔਰਤ ਹੁੰਦੀ ਹੈ, ਜਿਹੜੀ ਜਵਾਨੀ ਦੇ ਨਸ਼ੇ ਵਿੱਚ ਗਰੂਰ ਵਿੱਚ ਹੁੰਦੀ ਹੈ, ਉਸ ਦਾ ਗਰੂਰ ਕਿਵੇਂ ਟੁੱਟਦਾ ਹੈ। ਵੀ ਜਿਹੜੀਆਂ ਇਹ ਚੀਜ਼ਾਂ ਇਹ ਤਾਂ ਖਤਮ ਹੋਣ ਵਾਲੀਆਂ ਚੀਜ਼ਾਂ, ਅਤੇ ਜਿਹੜਾ ਉੱਚਾ ਸੁੱਚਾ ਜਿਹੜਾ ਚਰਿੱਤਰ ਹੈ ਉਹ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਤਾਂ ਆਪਾਂ ਸਾਰੀ ਪੋਇਮ ਬਾਰੇ ਬੇਟੇ ਦੁਬਾਰਾ ਤੋਂ ਦੇਖ ਸਕਦੇ ਹਾਂ ਵੀ ਇੱਕ ਬੁੱਧ ਭਿਕਸ਼ੂ ਹੈ ਜਿਸ ਦਾ ਨਾਮ ਕੀ ਹੈ? ਉਪਗੁਪਤਾ। ਉਹ ਬਾਹਰ ਮਥੁਰਾ ਸਿਟੀ ਦੀ ਦੀਵਾਰ ਦੇ ਬਾਹਰ ਲੇਟਿਆ ਹੋਇਆ ਹੈ। ਉਸਦੇ ਕੋਲ ਇੱਕ ਔਰਤ ਆਉਂਦੀ ਹੈ ਅਤੇ ਉਸ ਨੇ ਗਹਿਣੇ ਬਹੁਤ ਸਾਰੇ ਪਾਏ ਹੋਏ ਹੈ। ਉਹ ਉਸ ਨੂੰ ਬੁੱਧ ਭਿਕਸ਼ੂ ਨੂੰ ਗਲਤ ਨੀਅਤ ਨਾਲ ਉਸ ਨੂੰ ਆਪਦੇ ਘਰ ਇਨਵਾਈਟ ਕਰਦੀ ਹੈ, ਪਰ ਜਿਹੜਾ ਬੁੱਧ ਭਿਕਸ਼ੂ ਹੁੰਦਾ ਹੈ ਉਸ ਨੂੰ ਆਪਦੇ ਰਸਤੇ 'ਤੇ ਤੋਰ ਦਿੰਦਾ ਹੈ ਅਤੇ ਕੀ ਕਹਿੰਦਾ, ਜਦੋਂ ਸਹੀ ਟਾਈਮ ਆਊਗਾ ਮੈਂ ਉਦੋਂ ਤੇਰੇ ਕੋਲੇ ਆਊਂਗਾ। ਹੁਣ ਉਸ ਤੋਂ ਬਾਅਦ ਦੱਸਿਆ ਬੇਟੇ ਵੀ ਜਦੋਂ ਸਾਰੇ ਨਗਰ ਨਿਵਾਸੀ ਆਪਦੇ ਤਿਉਹਾਰ ਵਿੱਚ ਰੁੱਝੇ ਹੋਏ ਹੈ ਅਤੇ ਉਹ ਉਸ ਔਰਤ ਨੂੰ ਨਗਰ ਦੇ ਵਿੱਚੋਂ ਬਾਹਰ ਸੁੱਟ ਚੁੱਕੇ ਹੈ। ਕਿਉਂ ਬਾਹਰ ਸੁੱਟ ਚੁੱਕੇ ਹੈ? ਕਿਉਂਕਿ ਇੱਕ ਬਿਮਾਰੀ ਉਹਨੂੰ ਲੱਗ ਚੁੱਕੀ ਹੈ, ਇੱਕ ਲਾਗ ਦੀ ਬਿਮਾਰੀ ਲੱਗ ਚੁੱਕੀ ਹੈ ਅਤੇ ਲੋਕਾਂ ਨੇ ਡਰ ਨਾਲ ਉਸਨੂੰ ਨਗਰ ਤੋਂ ਬਾਹਰ ਸੁੱਟ ਦਿੱਤਾ ਅਤੇ ਹੁਣ ਉਹਨੂੰ ਸਹਾਇਤਾ ਕਰਨ ਵਾਲਾ ਉਸਦਾ ਕੋਈ ਨਹੀਂ। ਅਤੇ ਉਦੋਂ ਜਿਹੜਾ ਇਹ ਬੁੱਧ ਭਿਕਸ਼ੂ ਹੁੰਦਾ ਹੈ ਉਸਦੇ ਕੋਲ ਆਉਂਦਾ ਹੈ, ਉਸਨੂੰ ਉਸਦੀ ਸਹਾਇਤਾ ਕਰਦਾ, ਉਸਦੇ ਮਲਮ ਲਗਾਉਂਦਾ ਹੈ, ਉਸਨੂੰ ਪਾਣੀ ਪਿਆਉਂਦਾ ਹੈ। ਤਾਂ ਇਸ ਤਰ੍ਹਾਂ ਉੱਚੇ ਸੁੱਚੇ ਚਰਿੱਤਰ ਵਾਲਾ ਜਿਹੜਾ ਇਹ ਬੁੱਧ ਭਿਕਸ਼ੂ ਹੈ, ਇਸ ਦੇ ਬਾਰੇ ਇੱਕ ਪੋਇਮ ਆਪਾਂ ਪੜ੍ਹੀ ਹੈ। ਤਾਂ ਹੁਣ ਆਪਾਂ ਨੈਕਸਟ ਵੀਡੀਓ ਵਿੱਚ ਇਸ ਦੇ ਕੁਐਸਚਨ ਵੀ ਡਿਸਕਸ ਕਰਾਂਗੇ। ਇਹਦੇ ਵਿੱਚ ਜਿਹੜੇ ਕੋਈ ਵਰਡਸ ਆਏ ਸੀ ਉਹ ਬੇਟੇ ਤੁਸੀਂ ਧਿਆਨ ਨਾਲ ਸੁਣ ਕੇ ਨੋਟ ਕਰ ਲੈਣੇ ਹੈ। ਥੈਂਕ ਯੂ।